ਜੀਵਨ ਲੋਰੈ ਭਰਮ ਮੋਹ, ਨਾਨਕ ਤਿਉ ਗਵਾਰ। ਗਣ ਘਾਲੇ ਸਭ ਦਿਵਸ ਸਾਸ, ਨਹ ਬਡਨ ਘਟਨ ਤਿਲ ਸਾਰ। ਜੀਵਨ ਲੋਰੈ ਭਰਮ ਮੋਹ, ਨਾਨਕ ਤਿਉ ਗਵਾਰ। ਪੌੜੀ। ਗੰਗਾ ਰਸੈ ਕਾਲ ਤਿਹ, ਜੋ ਸਾਕਤ ਪ੍ਰਭ ਕੀਨ। ਅਨਕ ਜੋਨ ਜਨਮੈ ਮਰੈ, ਆਤਮ ਰਾਮ ਨਾ ਚੀਨ। ਗਿਆਨ ਧਿਆਨ ਤਾਹੂ ਕਉ ਆਏ, ਕਰ ਕਿਰਪਾ ਜਿਹ ਆਪ ਦਿਵਾਏ। ਗਣਤੀ ਗਣੀ ਨਹੀਂ ਕੋ ਛੂਟੈ, ਕਾਚੀ ਗਾਗਰ ਸਰ ਪਰ ਫੂਟੈ। ਸੋ ਜੀਵਤ ਜਿਹ ਜੀਵਤ ਜਪਿਆ, ਪ੍ਰਗਟ ਭਏ ਨਾਨਕ ਨਹ ਛਪਿਆ। ਸੋ ਜੀਵਤ ਜਿਹ ਜੀਵਤ ਜਪਿਆ, ਪ੍ਰਗਟ ਭਏ ਨਾਨਕ ਨਹ ਛਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰਾਂ ਦੀ ਮੁਕੱਦਸ ਨਿੱਘੀ ਗੋਦ ਵਿੱਚ ਅੰਮ੍ਰਿਤ ਵੇਲੇ ਜੁੜ ਬੈਠੇ ਗੁਰੂ ਸਵਾਰਿਓ ਅਤੇ ਦੇਸ਼ਾਂ ਵਿਦੇਸ਼ਾਂ ਅੰਦਰ ਘਰਾਂ ਵਿੱਚ ਬੈਠ ਕਰਕੇ ਸਿੱਧੇ ਪ੍ਰਸਾਰਨ ਦੇ ਰਾਹੀਂ ਪਾਵਨ ਬਾਣੀ ਦਾ ਕੀਰਤਨ ਸਰਵਨ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਬਣਾ ਰਹੇ ਗੁਰੂ ਸਵਾਰਿਓ, ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਮਿਲਿਆ ਹੈ। ਆਓ ਇਸ ਸਮੇਂ ਦਾ ਹੋਰ ਲਾਹਾ ਲਈਏ। ਪਾਵਨ ਬਾਣੀ ਗੌੜੀ 52 ਅੱਖਰੀ ਲੜੀਵਾਰ ਚੱਲ ਰਹੀ ਸ਼ਬਦ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਲੜੀ ਦੇ ਅਧੀਨ ਜਿਸ ਸ਼ਬਦ ਦੀ ਵਿਚਾਰ
ਗੁਰੂ ਕਿਰਪਾ ਸਦਕਾ ਅੱਜ ਆਪਾਂ ਸਾਂਝੀ ਕਰਨੀ ਹੈ ਉਹ ਪਾਵਨ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਕਰੋ ਕਿਰਪਾ ਸਮੁੱਚੀ ਸੰਗਤ, ਗੁਰੂ ਚਰਨਾਂ ਵਿੱਚ ਸੀਸ ਝੁਕਾਓ, ਰਸਨਾ ਪਵਿੱਤਰ ਕਰਦਿਆਂ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਗੌੜੀ 52 ਅੱਖਰੀ ਦੇ ਅੰਦਰ 21 ਨੰਬਰ ਪੌੜੀ ਅਤੇ ਇਸ ਦੇ ਨਾਲ ਸ਼ਲੋਕ ਜੋ ਹਜੂਰ ਨੇ ਦਰਜ ਕੀਤਾ ਹੈ, ਇਹਦੀ ਵਿਚਾਰ ਅੱਜ ਆਪਾਂ ਸਾਂਝੀ ਕਰਨੀ ਹੈ। ਸ਼ਲੋਕ ngਣ ਘਾਲੇ ਸਭ ਦਿਵਸ ਸਾਸ, ਨਹ ਬਡਨ ਘਟਨ ਤਿਲ ਸਾਰ, ਜੀਵਨ ਲੋਰੈ ਭਰਮ ਮੋਹ, ਨਾਨਕ ਤਿਉ ਗਵਾਰ। ਇਸ ਸ਼ਲੋਕ ਦੇ ਅੰਦਰ ਅਤੇ ਪੌੜੀ ਦੇ ਅੰਦਰ ਸਤ ਪਾਤਸ਼ਾਹ ਜੀ ਨੇ ਗੁਰਮੁਖੀ ਦੇ ਵਿੱਚ ਜੋ ੰਗਾ ਅੱਖਰ ਹੈ ਉਸ ਨੂੰ ਲੈ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸੇ ਹੀ ਪਾਵਨ ਬਾਣੀ ਦੇ ਵਿੱਚ ਪਹਿਲਾਂ ਵੀ ਇੱਕ ਪੌੜੀ ਦੇ ਅੰਦਰ ੰਗਾ ਸ਼ਬਦ ਹਜੂਰ ਨੇ ਵਰਤਿਆ ਹੈ ਤੇ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਜਦੋਂ 35 ਅੱਖਰ ਆਪਾਂ ਪੜ੍ਹਦੇ ਹਾਂ, ਉਹਨਾਂ ਅੱਖਰਾਂ ਨੂੰ ਪੜ੍ਹਦਿਆਂ ਜਦੋਂ ੰਗਾ ਸ਼ਬਦ ਆਉਂਦਾ ਹੈ ਤਾਂ ਆਮ ਤੌਰ ਤੇ ਆਪਾਂ ਪੜ੍ਹਦੇ ਹਾਂ ੰਗਾ ਖਾਲੀ, ਭਾਵ ਇਹਦੇ ਨਾਲ ਕਿਸੇ ਵੀ ਸ਼ਬਦ ਦੀ ਜਿਹੜੀ ਹੈ ਬਣਤਰ ਨਹੀਂ ਬਣਾਈ ਜਾਂਦੀ। ਕੋਈ ਵੀ ਨਾਮ ਜਿਹੜਾ ਹੈ ਆਮ ਤੌਰ ਤੇ ੰਗੇ ਅੱਖਰ ਤੋਂ ਨਹੀਂ ਰੱਖਿਆ ਜਾਂਦਾ, ਜਾਂ ਕਿਸੇ ਵਸਤੂ ਦਾ ਨਾਮ ਹੀ ੰਗੇ ਅੱਖਰ ਤੋਂ ਨਹੀਂ ਰੱਖਿਆ ਗਿਆ। ਇਸ ਕਰਕੇ ਇਹ ਸ਼ਬਦ ਜਿਹੜਾ ਹੈ ਨਾਵਾਂ ਦੇ ਵਿੱਚ ਬਹੁਤ ਘੱਟ ਪ੍ਰਚਲਿਤ ਹੈ, ਇਸ ਕਰਕੇ ਇਹਨੂੰ ਖਾਲੀ ਕਹਿ ਦਿੱਤਾ ਗਿਆ, ੰਗਾ ਖਾਲੀ। ਇਸੇ ਤਰ੍ਹਾਂ ਅੱਗੇ ඤ ਸ਼ਬਦ ਹੈ, ਉਹਦੇ ਲਈ ਵੀ ਐਵੇਂ ਹੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ। ඤ ਸ਼ਬਦ ਦੀ ਵੀ ਵਰਤੋਂ ਕੀਤੀ ਹੈ, ਪਰ ਜਦੋਂ 35 ਅੱਖਰ ਪੜਾਂਗੇ ਉਦੋਂ ਉੱਥੇ ඤ ਖਾਲੀ ਲਿਖਿਆ ਹੋਇਆ ਹੈ। ਭਈ ਇਹਦੇ ਨਾਲ ਕੋਈ ਸ਼ਬਦ ਜਾਂ ਵਾਕ ਬਹੁਤੇ ਨਹੀਂ ਬਣਦੇ, ਬਹੁਤ ਘੱਟ ਥਾਵਾਂ ਤੇ ਇਹਨਾਂ ਦੀ ਵਰਤੋਂ ਹੁੰਦੀ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਸ਼ਬਦਾਂ ਦੀ ਬਾਣੀ ਦੇ ਵਿੱਚ ਬਖੂਬੀ ਵਰਤੋਂ ਕੀਤੀ ਹੈ। ਜਾਂ ਇਉਂ ਕਹਿ ਲਈਏ ਕਿ ਜਿੰਨੇ ਵੀ 35 ਅੱਖਰ ਨੇ ਉਹਨਾਂ ਸਾਰੇ ਅੱਖਰਾਂ ਦੀ ਹੀ ਵਰਤੋਂ ਹਜੂਰ ਨੇ ਇੱਥੇ ਕੀਤੀ ਹੈ। ਤੋ ੰਗਾ ਸ਼ਬਦ ਇਹਦਾ ਜਿਹੜਾ ਉਚਾਰਨ ਹੈ ਉਹ ਵੀ ਬਹੁਤ ਧਿਆਨ ਦੇਣ ਯੋਗ ਹੈ। ੰਗਾ ਸ਼ਬਦ ਨਾਸਕੀ ਉਚਾਰਨ ਹੈ, ਇਹਦੀ ਆਵਾਜ਼ ਨੱਕ ਦੇ ਰਾਹੀਂ ਪ੍ਰਗਟ ਹੋਏਗੀ। ਸੋ ਇਹਨੂੰ ਉਚਾਰਨ ਕਰਨ ਲੱਗਿਆਂ ਬਹੁਤ ਧਿਆਨ ਦੇਣਾ ਪੈਂਦਾ, ਕਿਉਂਕਿ ਬਹੁਤੇ ਵੀਰ, ਬਹੁਤੀਆਂ ਭੈਣਾਂ, ਬਹੁਤੇ ਬੱਚੇ ਜਦੋਂ ੰਗਾ ਸ਼ਬਦ ਉਚਾਰਨ ਕਰਦੇ ਤੇ ਉਹਨਾਂ ਦੇ ਕੋਲੋਂ ਇਹਦਾ ਸ਼ੁੱਧ ਉਚਾਰਨ ਨਹੀਂ ਹੁੰਦਾ। ਇਸ ਕਰਕੇ ਸ਼ੁੱਧ ਉਚਾਰਨ ਨਾ ਹੋਣ ਕਰਕੇ ਕਈ ਵਾਰੀ ਸ਼ਬਦਾਂ ਦਾ ਜਿਹੜਾ ਰੂਪ ਹੈ ਵਿਗੜ ਜਾਂਦਾ ਹੈ। ਤੇ ਬਾਣੀ ਦੇ ਵਿੱਚ ਖਾਸ ਕਰਕੇ ਜਦੋਂ ਇਹਨਾਂ ਸ਼ਬਦਾਂ ਨੂੰ ਆਪਾਂ ਪੜ੍ਹਨਾ ਹੈ ਤੇ ਉਹ ਅਭਿਆਸ ਤੋਂ ਬਗੈਰ ਨਹੀਂ ਪੜ੍ਹੇ ਜਾ ਸਕਦੇ। ਇਸ ਕਰਕੇ ਇਹਨਾਂ ਸ਼ਬਦਾਂ ਦਾ ਅਭਿਆਸ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਪੜ੍ਹਨ ਲੱਗਿਆਂ ਇਹਨਾਂ ਦਾ ਅਸੀਂ ਸ਼ੁੱਧ ਉਚਾਰਨ ਕਰ ਸਕੀਏ। ਇਹਨਾਂ ਦਾ ਸ਼ੁੱਧ ਉਚਾਰਨ ਜਦੋਂ ਕਰਾਂਗੇ ਤੇ ਉਸ ਵੇਲੇ ਇਹਦੇ ਅਰਥ ਭਾਵ ਜਿਹੜੇ ਨੇ
ਉਹ ਵੀ ਸਾਡੇ ਸਮਝ ਦੇ ਵਿੱਚ ਆਉਣਗੇ। ਗੰਗੇ ਸ਼ਬਦ ਰਾਹੀਂ ਸਤਿਗੁਰੂ ਕਿਰਪਾ ਕਰਦੇ ਨੇ। ngਣ ਘਾਲੇ ਸਭ ਦਿਵਸ ਸਾਸ। ਇੱਥੇ ngਣ ਦਾ ਅਰਥ ਹੈ ਗਿਣਤੀ, ਗਿਣ ਕੇ। ਮਨੁੱਖ ਸੰਸਾਰ ਤੇ ਆਇਆ ਤੇ ਹਜ਼ੂਰ ਨੇ ਕਿਰਪਾ ਕੀਤੀ। ਸੰਸਾਰ ਤੇ ਜਦੋਂ ਜੀਵ ਦਾ ਆਉਣਾ ਹੋਇਆ, ਹਰ ਇੱਕ ਜੀਵ ਦਾ ਸੰਸਾਰ ਤੇ ਜਦੋਂ ਆਉਣਾ ਹੋਇਆ ਤੇ ਉਹਨੂੰ ਜਿੰਨਾ ਸਮਾਂ, ਜਿੰਨੇ ਸਵਾਸ ਮਿਲੇ ਨੇ, ਸਤਿਗੁਰੂ ਕਹਿੰਦੇ ਪਰਮੇਸ਼ਰ ਨੇ ਗਿਣ ਕੇ ਦਿੱਤੇ ਨੇ। ngਣ ਘਾਲੇ ਸਭ ਦਿਵਸ ਸਾਸ। ਜਿੰਨੇ ਦਿਨ ਅਸੀਂ ਸੰਸਾਰ ਦੇ ਵਿੱਚ ਰਹਿਣਾ ਏ, ਜਿੰਨੇ ਸਾਹ ਲੈਣੇ ਨੇ, ਇਹ ਸਾਰੇ ਪਰਮੇਸ਼ਰ ਵੱਲੋਂ ਗਿਣ ਕੇ ਮਿਲੇ ਹੋਏ ਨੇ। ਤੇ ਫਿਰ ਸਤਿਗੁਰੂ ਅੱਗੇ ਕਹਿੰਦੇ ਨੇ, ਨਹ ਬੜਨ ਘਟਨ ਤਿਲ ਸਾਰ। ਕਹਿੰਦੇ ਤਿਲ ਮਾਤਰ ਵੀ ਅਸੀਂ ਇਹਨਾਂ ਨੂੰ ਵਧਾ ਜਾਂ ਘਟਾ ਨਹੀਂ ਸਕਦੇ। ਨਾ ਹੀ ਕੋਈ ਵਧਾ ਸਕਦਾ ਤੇ ਨਾ ਕੋਈ ਘਟਾ ਸਕਦਾ ਹੈ। ਹੁਣ ਤਿਲ ਜਿਹੜਾ ਹੈ ਬੜਾ ਬਰੀਕ ਹੈ, ਬੜਾ ਛੋਟਾ ਹੈ। ਹਾਲਾਂਕਿ ਇਸ ਤੋਂ ਵੀ ਜ਼ਿਆਦਾ ਬਰੀਕ ਪਦਾਰਥ ਹੋਰ ਹਨ, ਪਰ ਆਮ ਤੌਰ ਤੇ ਜਦੋਂ ਬਹੁਤ ਛੋਟੀ ਗੱਲ ਕਰਨੀ ਹੋਵੇ, ਕਿਸੇ ਛੋਟੀ ਚੀਜ਼ ਦੇ ਬਾਰੇ ਦਰਸਾਉਣਾ ਹੋਵੇ, ਤੇ ਤਿਲ ਜਿਹੜਾ ਹੈ ਉਹਦਾ ਜ਼ਿਕਰ ਹੁੰਦਾ ਹੈ। ਬਾਣੀ ਦੇ ਵਿੱਚ ਆਪਾਂ ਰਾਈ ਦੀ ਗੱਲ ਵੀ ਪੜ੍ਹਦੇ ਹਾਂ। ਬੜੀ ਬਰੀਕ ਜਦੋਂ ਗੱਲ ਕਰਨੀ ਹੋਵੇ, ਕਿਸੇ ਚੀਜ਼ ਦੇ ਬਾਰੇ ਦੱਸਣਾ ਹੋਵੇ, ਉਦੋਂ ਰਾਈ ਦੀ ਉਦਾਹਰਨ ਵੀ ਸਤਿਗੁਰੂ ਨੇ ਵਰਤੀ ਹੈ। ਹਾਲਾਂਕਿ ਰਾਈ ਨਾਲੋਂ ਵੀ ਜ਼ਿਆਦਾ ਬਰੀਕ ਪਦਾਰਥ ਹਨ, ਪਰ ਆਮ ਬੋਲ ਚਾਲ ਦੇ ਵਿੱਚ ਰਾਈ ਜਿਹੜੀ ਹੈ ਉਹਨੂੰ ਬੜਾ ਬਰੀਕ ਗਿਣਿਆ ਜਾਂਦਾ ਹੈ, ਤਿਲ ਨੂੰ ਬੜਾ ਛੋਟਾ ਗਿਣਿਆ ਜਾਂਦਾ ਹੈ। ਜਦੋਂ ਛੋਟੇ ਜੀਵਾਂ ਦਾ ਜ਼ਿਕਰ ਆਵੇ ਤੇ ਕੀੜੀ ਦੀ ਗੱਲ ਹੁੰਦੀ ਹੈ, ਵੱਡੇ ਜੀਵ ਦਾ ਗੱਲ ਹੋਵੇ ਤੇ ਹਾਥੀ ਦਾ ਜ਼ਿਕਰ ਆਉਂਦਾ ਹੈ। ਹਾਲਾਂਕਿ ਹਾਥੀ ਨਾਲੋਂ ਵੀ ਵੱਡ ਆਕਾਰੀ ਜੀਵ ਇਸ ਬ੍ਰਹਿਮੰਡ ਦੇ ਵਿੱਚ ਹਨ, ਪਰ ਆਮ ਤੌਰ ਤੇ ਵੱਡੇ ਜੀਵਾਂ ਦੇ ਵਿੱਚ ਹਾਥੀ ਦੀ ਗੱਲ ਚੱਲੇਗੀ। ਜਦੋਂ ਛੋਟੇ ਜੀਵਾਂ ਦਾ ਜ਼ਿਕਰ ਕਰਨਾ ਹੋਵੇਗਾ, ਕੀੜੀ ਦੀ ਗੱਲ ਹੋਵੇਗੀ। ਇਸੇ ਤਰ੍ਹਾਂ ਤਿਲ ਜਿਹੜਾ ਹੈ ਉਹਨੂੰ ਬੜਾ ਛੋਟਾ ਗਿਣਿਆ ਗਿਆ। ਇੱਥੇ ਮਹਾਰਾਜ ਕਹਿੰਦੇ ਤਿਲ ਮਾਤਰ ਵੀ ਜਿੰਨਾ ਸਮਾਂ ਮਿਲਿਆ, ਜਿੰਨੇ ਸਾਹ ਮਿਲੇ ਨੇ, ਅਸੀਂ ਉਹਨੂੰ ਵਧਾ ਨਹੀਂ ਸਕਦੇ ਤੇ ਨਾ ਹੀ ਘਟਾ ਸਕਦੇ ਹਾਂ। ਤੁਸੀਂ ਕਦੇ ਨੋਟ ਕੀਤਾ ਹੋਵੇਗਾ ਕਿ ਜਿੰਨੇ ਸਾਹ ਮਿਲੇ ਨੇ ਉਹ ਹਰ ਹੀਲੇ ਮਨੁੱਖ ਨੇ ਭੁਗਤਨੇ ਹੁੰਦੇ ਨੇ। ਤੁਸੀਂ ਕਈ ਬੰਦਿਆਂ ਦੇ ਬਾਰੇ ਆਮ ਹੀ ਸੁਣਿਆ ਹੋਵੇਗਾ ਕਿ ਫਲਾਣੇ ਬੰਦੇ ਨੇ ਰੋਟੀ ਪਾਣੀ ਛੱਡ ਦਿੱਤਾ ਹੈ, ਕੁਝ ਵੀ ਖਾਂਦਾ ਪੀਂਦਾ ਨਹੀਂ, ਬਸ ਸਾਹ ਲੈ ਰਿਹਾ ਹੈ। ਹੁਣ ਜਿੰਨਾ ਦਾਣਾ ਪਾਣੀ ਛਕਣਾ ਸੀ ਸਾਧ ਸੰਗਤ, ਉਹ ਵੀ ਇੱਕ ਲਿਮਟ ਦੇ ਵਿੱਚ ਹੈ, ਉਹ ਵੀ ਲੇਖੇ ਦੇ ਵਿੱਚ ਹੈ। ਲੇਖੇ ਬੋਲਣਾ, ਲੇਖੇ ਖਾਣਾ ਖਾਓ। ਕਹਿੰਦੇ ਹਰ ਇੱਕ ਚੀਜ਼ ਲਿਮਟ ਵਿੱਚ, ਲੇਖੇ ਦੇ ਵਿੱਚ ਹੈ। ਅਸੀਂ ਜਿੰਨੇ ਸ਼ਬਦ ਜ਼ੁਬਾਨ ਤੋਂ ਬੋਲਣੇ ਨੇ, ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੈ। ਜਿਸ ਦਿਨ ਉਹਦਾ ਹੁਕਮ ਆ ਗਿਆ, ਇੱਕ ਵੀ ਸ਼ਬਦ ਅਸੀਂ ਜ਼ੁਬਾਨ ਤੋਂ ਬੋਲ ਨਹੀਂ ਸਕਦੇ। ਲੇਖੇ ਬੋਲਣਾ, ਲੇਖੇ ਖਾਣਾ ਖਾਓ। ਲੇਖੇ ਬਾਟ ਚਲਾਈਏ, ਲੇਖੇ ਸੁਣ ਵਿਖਾਓ। ਲੇਖੇ ਸਾਹ ਲਵਾਈਏ, ਪੜ੍ਹ ਕੇ ਪੁੱਛਣ ਜਾਓ। ਕਹਿੰਦੇ ਕੋਈ ਬਹੁਤੇ ਸਿਆਣੇ ਬੰਦਿਆਂ ਨੂੰ ਕੋਲੇ ਜਾ ਕੇ ਪੁੱਛਣ ਦੀ ਲੋੜ ਨਹੀਂ। ਇਹ ਗੱਲ ਸਾਰੇ ਜਾਣਦੇ ਨੇ ਕਿ ਜਿੰਨੇ ਸਾਹ ਅਸੀਂ ਲੈਣੇ ਨੇ ਉਹ ਲੇਖੇ ਦੇ ਵਿੱਚ ਹਨ। ਜਿੰਨੇ ਜਲ ਪਦਾਰਥ ਛਕਣ ਵਾਲੇ ਅਸੀਂ ਛਕਣੇ ਨੇ, ਉਹ ਵੀ ਲੇਖੇ ਦੇ ਵਿੱਚ ਨੇ। ਜਿੰਨੇ ਕਦਮ ਚੱਲਣਾ ਹੈ, ਉਹਦੀ ਵੀ ਇੱਕ ਲਿਮਟ ਪਰਮੇਸ਼ਰ ਨੇ ਸਾਨੂੰ ਦੇ ਦਿੱਤੀ। ਤੇ ਆਪਾਂ ਸਾਰੇ ਜਾਣਦੇ ਹਾਂ, ਜਦੋਂ ਉਹਦਾ ਹੁਕਮ ਵਰਤਿਆ, ਬੰਦਾ ਆਪਣੇ ਆਪ ਇੱਕ ਕਦਮ ਵੀ ਨਹੀਂ ਚੱਲ ਸਕਦਾ। ਫਿਰ ਘਰ ਦੇ ਪਰਿਵਾਰ ਦੇ ਮੈਂਬਰ
ਬੰਦੇ ਨੂੰ ਚੁੱਕ ਕੇ ਤੇ ਅੱਗੇ ਪਿੱਛੇ ਲੈ ਕੇ ਜਾ ਸਕਦੇ ਨੇ, ਕਿਸੇ ਵੀਲ ਚੇਅਰ ਤੇ ਕਿਸੇ ਸਟ੍ਰੈਚਰ ਤੇ ਪਾ ਕੇ ਲਿਜਾ ਸਕਦੇ ਨੇ। ਬੰਦਾ ਆਪਣੇ ਆਪ ਇੱਕ ਕਦਮ ਵੀ ਨਹੀਂ ਚੱਲ ਸਕਦਾ, ਕਿਉਂਕਿ ਜਿੰਨਾ ਉਹਨੂੰ ਪਾਵਰ ਤਾਕਤ ਮਾਲਕ ਨੇ ਬਖਸ਼ੀ ਸੀ ਉਹ ਹੁਣ ਖਤਮ ਹੋ ਗਈ। ਇਸੇ ਤਰ੍ਹਾਂ ਜਿੰਨਾ ਕੁਝ ਖਾਣਾ ਪੀਣਾ ਸੀ ਖਾ ਪੀ ਲਿਆ, ਕਹਿੰਦੇ ਹੁਣ ਖਾਂਦਾ ਪੀਂਦਾ ਕੁਝ ਨਹੀਂ ਬੰਦਾ, ਬਸ ਸਾਹ ਚੱਲੀ ਜਾਂਦੇ ਨੇ। ਹੁਣ ਦਾਣਾ ਪਾਣੀ ਮੁੱਕ ਗਿਆ, ਕੇਵਲ ਸਾਹ ਜਿੰਨੇ ਪਰਮੇਸ਼ਰ ਨੇ ਦਿੱਤੇ ਸੀ, ਜਿੰਨਾ ਸਮਾਂ ਦਿੱਤਾ ਸੀ, ਉਹ ਸਮਾਂ ਮਨੁੱਖ ਪੂਰਾ ਕਰ ਰਿਹਾ ਹੈ। ਤੇ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਵਰਤਦੀਆਂ ਨੇ, ਆਪਣੇ ਪਰਿਵਾਰ ਦੇ ਵਿੱਚ, ਰਿਸ਼ਤੇਦਾਰੀਆਂ ਦੇ ਵਿੱਚ, ਆਂਢ ਗੁਆਂਢ, ਇਹ ਸਾਰਾ ਕੁਝ ਅਸੀਂ ਆਪਣੇ ਅੱਖਾਂ ਦੇ ਨਾਲ ਵੇਖਿਆ ਹੋਇਆ। ਪਰ ਹਜ਼ੂਰ ਨੇ ਇਸੇ ਸ਼ਲੋਕ ਦੇ ਵਿੱਚ ਕਿਰਪਾ ਕੀਤੀ, ਕਹਿੰਦੇ ਇਹ ਸਾਰੀ ਗੱਲ ਨੂੰ ਭਲੀ ਪ੍ਰਕਾਰ ਮਨੁੱਖ ਜਾਣਦਾ ਹੈ ਕਿ ਅਸੀਂ ਮਿਲੇ ਹੋਏ ਸਮੇਂ ਨੂੰ, ਮਿਲੇ ਸਵਾਸਾਂ ਨੂੰ ਵਧਾ ਨਹੀਂ ਸਕਦੇ, ਘਟਾ ਨਹੀਂ ਸਕਦੇ, ਪਰ ਫਿਰ ਵੀ ਮਨੁੱਖ ਦਾ ਯਤਨ ਇਹੋ ਹੀ ਹੁੰਦਾ ਹੈ ਕਿ ਮੇਰੀ ਕਦੇ ਮੌਤ ਨਾ ਹੋਵੇ, ਮੈਂ ਅਮਰ ਹੋ ਜਾਵਾਂ। ਤੇ ਸਾਧ ਸੰਗਤ ਅਮਰ ਹੋਣ ਵਾਸਤੇ ਲੋਕਾਂ ਨੇ ਬੜੇ ਯਤਨ ਕੀਤੇ, ਬੜੀ ਲੰਬੀ ਲੰਬੀ ਸਾਧਨਾ, ਬੜੇ ਜਪ ਤਪ, ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਖੀਰ ਸਮੁੰਦਰ ਦਾ ਮੰਥਨ ਕੀਤਾ। ਉਹਦੇ ਮੰਥਨ ਦੇ ਵਿੱਚੋਂ 14 ਰਤਨ ਨਿਕਲੇ ਤੇ 14 ਜਿਹੜੇ ਰਤਨ ਸਨ ਉਹਨਾਂ ਦੇ ਵਿੱਚ ਸੀ ਇੱਕ ਅੰਮ੍ਰਿਤ ਦਾ ਘੜਾ, ਜਿਸ ਨੂੰ ਕੁੰਭ ਵੀ ਕਹਿੰਦੇ ਆਪਾਂ, ਅੰਮ੍ਰਿਤ ਦਾ ਕੁੰਭ। ਤੇ ਜਿਸ ਵੇਲੇ ਉਹ ਅੰਮ੍ਰਿਤ ਦਾ ਘੜਾ ਨਿਕਲਿਆ ਨਾ, ਤੇ ਦੇਵਤਿਆਂ ਨੇ ਚਲਾਕੀ ਵਰਤੀ, ਕਹਿੰਦੇ ਵੀ ਇਹ ਅੰਮ੍ਰਿਤ ਦੈਂਤਾਂ ਨੂੰ ਨਹੀਂ ਮਿਲਣਾ ਚਾਹੀਦਾ, ਜੇ ਉਹਨਾਂ ਨੇ ਪੀ ਲਿਆ ਉਹ ਤੇ ਅਮਰ ਹੋ ਜਾਣਗੇ, ਉਹਨਾਂ ਦੀ ਕਦੇ ਮੌਤ ਹੀ ਨਹੀਂ ਹੋਣੀ। ਇਸ ਕਰਕੇ ਇਹ ਅੰਮ੍ਰਿਤ ਕੇਵਲ ਸਾਨੂੰ ਮਿਲਣਾ ਚਾਹੀਦਾ ਏ। ਦੈਂਤ ਇਸ ਅੰਮ੍ਰਿਤ ਤੋਂ ਵਾਂਝੇ ਰੱਖੇ ਜਾਣ। ਤੋ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਉਸ ਕੁੰਭ ਦੇ ਵਿੱਚੋਂ, ਸਮਾਂ ਆਉਣ ਤੇ ਉਹ ਵੀ ਨਹੀਂ ਰਹੇ, ਉਹ ਵੀ ਚਲੇ ਗਏ। ਹੁਣ ਜਿਸ ਵੇਲੇ ਅਮਰ ਹੋਣ ਦੀ ਕਥਾ ਸ਼ਿਵਜੀ ਜੀ ਪਾਰਵਤੀ ਨੂੰ ਸੁਣਾ ਰਹੇ ਨੇ, ਉਸ ਵੇਲੇ ਕਹਿੰਦੇ ਇਹ ਕਥਾ ਜਿਹੜੀ ਸੀ ਇੱਕ ਤੋਤੇ ਨੇ ਸੁਣ ਲਈ। ਕਹਿੰਦੇ ਤੋਤਾ ਕਿਤੇ ਅਮਰ ਨਾ ਹੋ ਜਾਏ, ਇਹਨੂੰ ਮਾਰ ਦੇਣਾ ਚਾਹੀਦਾ ਏ, ਇਹ ਕਿਸੇ ਹੋਰ ਨੂੰ ਨਾ ਕਥਾ ਸੁਣਾ ਦਏ। ਉਹਨੂੰ ਮਾਰਨ ਦੀ ਜਦੋਜਹਿਦ ਕਰਦੇ ਰਹੇ। ਜਿਹੜੇ ਅੰਮ੍ਰਿਤ ਹੋਣ ਦੀ ਕਥਾ ਸੁਣਾ ਰਹੇ ਨੇ ਉਹ ਵੀ ਦੁਨੀਆ ਤੋਂ ਚਲੇ ਗਏ। ਸਮਾਂ ਆਇਆ, ਆਪਣਾ ਮਿਲਿਆ ਹੋਇਆ ਸਮਾਂ, ਮਿਲੇ ਹੋਏ ਸਾਹ ਭੋਗ ਕੇ ਚਲੇ ਗਏ। ਆਪਾਂ ਰੋਜ਼ ਹੀ ਬਚਨ ਪੜ੍ਹਦੇ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। जवन काल जोगी शिव कीयो, वेद राज ब्रह्मा जूथियो, जवन काल सब लोक सवारा, नमस्कार है तहे हमारा। जवन काल सब जगत बनायो, देव दैत जच्छन उपजायो, आद अंत एक अवतारा, सोई गुरु समझियो हमारा। महाराज कहते ने सदीवी ते एक अकाल पुरख परमेश्वर ही है, और सारी सृष्टि चलायमान है। तो मनुख की कोशिश रही कि मैं अपने साह जड़े ने उन्होंने रोक लवां। बहुत सारे जोगी, बहुत सारे सिद्ध, उन्होंने भी कोशिश की कि सवासां नूं असीं रोक लईए, धीरे धीरे साह लईए। जिन्ने साह मिले ने उन्होंने हौली हौली खर्चीए, साडी उम्र लंबी हो जाएगी। प्राणायाम द्वारा, योग साधना द्वारा उन्होंने यतन कीते, पर साध संगत वो भी सदैवी नहीं रह सके। आखिरकार उन्होंने ही इस संसार तो जाना ही पिया। हुण सतगुरु कृपा करदे इत्थे श्लोक दे अंदर
ਕਹਿੰਦੇ ਮੌਤ ਨਾਂ ਦੀ ਚੀਜ਼ ਬੜੀ ਡਰਾਉਣੀ ਹੈ ਤੇ ਕੋਈ ਵੀ ਮੌਤ ਸ਼ਬਦ ਸੁਣਨਾ ਹੀ ਨਹੀਂ ਚਾਹੁੰਦਾ। ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿੰਦਗੀ ਦੀ ਗੱਲ ਕਰੋ, ਮੌਤ ਦੀ ਗੱਲ ਨਾ ਸਾਡੇ ਕੋਲ ਕਰੋ। ਪਰ ਬਾਣੀ ਨੇ ਆਖਿਆ, ਕਹਿੰਦੇ ਜੇ ਤੂੰ ਮੌਤ ਨੂੰ ਭੁੱਲ ਗਿਓ ਨਾ ਤੇ ਪਰਮੇਸ਼ਰ ਵੀ ਵਿਸਰ ਜਾਏਗਾ, ਰੱਬ ਵੀ ਤੈਨੂੰ ਚੇਤੇ ਨਹੀਂ ਰਹਿਣਾ। ਇਸ ਕਰਕੇ ਮੌਤ ਨੂੰ ਚੇਤੇ ਰੱਖੀ, ਰੱਬ ਵੀ ਚੇਤੇ ਆਏਗਾ। ਤੇ ਮੈਂ ਕਈ ਵਾਰੀ ਉਦਾਹਰਨ ਦਿੰਦਾ ਹੁੰਨਾ, ਆਪਾਂ ਬੱਸ ਵਿੱਚ ਜਾਂ ਗੱਡੀ ਵਿੱਚ ਆਪਣੇ ਪਰਸਨਲ ਗੱਡੀ ਲੈ ਕੇ ਸਫ਼ਰ ਕਰ ਰਹੇ ਹੋਈਏ ਜਾਂ ਬੱਸ ਵਿੱਚ ਜਾ ਰਹੇ ਹੋਈਏ ਤੇ ਬੱਸ ਵਿੱਚ ਬੈਠੀਆਂ 40-50 ਸਵਾਰੀਆਂ ਵਿੱਚੋਂ ਕੋਈ ਇੱਕ ਅੱਧਾ ਹੀ ਹੋਵੇਗਾ ਜਿਹਦੀ ਸੁਰਤ ਪ੍ਰਭੂ ਚਰਨਾਂ ਨਾਲ ਜੁੜੀ ਹੋਵੇਗੀ, ਜਿਹੜਾ ਸਿਮਰਨ ਦੇ ਵਿੱਚ ਬਾਣੀ ਪੜ੍ਹਦਾ ਜਾ ਰਿਹਾ ਹੋਵੇਗਾ। ਨਹੀਂ ਤੇ ਬਹੁਤਾਤ ਜਿਹੜੇ ਲੋਕ ਨੇ ਉਹ ਆਲੇ ਦੁਆਲੇ ਵੇਖ ਰਹੇ ਨੇ, ਕੀ ਹੈ, ਮੋਬਾਈਲ ਵਿੱਚ ਬਿਜੀ ਹੋਣਗੇ, ਹੋਰ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਹੋਣਗੇ। ਕਿਸੇ ਨੂੰ ਵੀ ਪਰਮੇਸ਼ਰ ਦਾ, ਵਾਹਿਗੁਰੂ ਦਾ ਚੇਤਾ ਹੀ ਨਹੀਂ ਹੋਣਾ। ਤੇ ਬੱਸ ਚੱਲ ਰਹੀ ਹੋਵੇ, ਗੱਡੀ ਜਾ ਰਹੀ ਹੋਵੇ, ਅਚਾਨਕ ਉਸ ਗੱਡੀ ਦੇ ਅੱਗੇ, ਬੱਸ ਦੇ ਅੱਗੇ ਕੋਈ ਹੋਰ ਵਹੀਕਲ ਆ ਜਾਵੇ, ਐਕਸੀਡੈਂਟ ਹੋਣ ਦਾ ਖਤਰਾ ਬਣ ਜਾਵੇ, ਇੱਕੇਦਮ ਬ੍ਰੇਕ ਲਾਉਣੀ ਪੈ ਜਾਏ। ਜਦੋਂ ਇੱਕੇਦਮ ਬ੍ਰੇਕ ਲੱਗਦੀ ਹੈ ਬੱਸ ਦੀ ਤੇ ਸਾਰੀਆਂ ਸਵਾਰੀਆਂ ਆਪਣੀਆਂ ਸੀਟਾਂ ਤੋਂ ਉੱਠ ਕੇ ਅਗਲੀਆਂ ਸੀਟਾਂ ਨਾਲ ਜਾ ਕੇ ਵੱਜਦੀਆਂ ਨੇ ਤੇ ਉਸ ਵੇਲੇ ਸਾਰਿਆਂ ਦੇ ਮੂੰਹ ਤੇ ਇੱਕੋ ਹੀ ਸ਼ਬਦ ਹੁੰਦਾ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਰੇ ਕਮਾਲ ਹੋ ਗਈ। ਕੁਝ ਸਕਿੰਟ ਪਹਿਲਾਂ ਕਿਸੇ ਨੂੰ ਵਾਹਿਗੁਰੂ ਦਾ ਚੇਤਾ ਵੀ ਨਹੀਂ ਸੀ, ਕਿਸੇ ਨੂੰ ਰਾਮ ਦਾ ਚੇਤਾ ਹੀ ਨਹੀਂ ਸੀ, ਕਿਸੇ ਨੂੰ ਗੋਡ ਚੇਤੇ ਹੀ ਨਹੀਂ ਸੀ। ਪਰ ਕੁਝ ਸਕਿੰਟਾਂ ਦੇ ਵਿੱਚ ਸਾਰੇ ਓ ਮਾਈ ਗੋਡ, ਹੇ ਵਾਹਿਗੁਰੂ, ਹੇ ਰਾਮ ਜੀ, ਆਪਣੇ ਆਪਣੇ ਅਕੀਦੇ ਮੁਤਾਬਕ ਲੋਕ ਪਰਮੇਸ਼ਰ ਨੂੰ ਚੇਤੇ ਕਰਨ ਲੱਗ ਪੈਂਦੇ ਨੇ। ਕਿਉਂ? ਕਿਉਂਕਿ ਮੌਤ ਸਾਹਮਣੇ ਵੇਖੀ ਵੀ ਜੇ ਕਿਤੇ ਐਕਸੀਡੈਂਟ ਹੋ ਜਾਂਦਾ, ਮੌਤ ਹੋ ਜਾਣੀ ਸੀ, ਬੜਾ ਨੁਕਸਾਨ ਹੋ ਜਾਣਾ ਸੀ। ਉਸ ਡਰ ਦੇ ਵਿੱਚੋਂ, ਉਸ ਮੌਤ ਨੂੰ ਵੇਖਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਚੇਤੇ ਆ ਗਿਆ। ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਕਹਿੰਦੇ ਮੌਤ ਜਿਹਦੀ ਹੈ ਉਹ ਕਿਸੇ ਨੂੰ ਚੇਤੇ ਹੀ ਨਹੀਂ। ਮੌਤ ਚੇਤੇ ਨਹੀਂ ਤੇ ਰੱਬ ਵੀ ਚੇਤੇ ਨਹੀਂ। ਮੌਤ ਚੇਤੇ ਆਏਗੀ ਤੇ ਪਰਮੇਸ਼ਰ ਦਾ ਚੇਤਾ ਵੀ ਆ ਜਾਏਗਾ। ਹੁਣ ਸਤਿਗੁਰੂ ਕਹਿੰਦੇ ਜਿਹੜੇ ਮੂਰਖ ਮਨੁੱਖ ਨੇ, ਇੱਥੇ ਗਵਾਰ ਸ਼ਬਦ ਵਰਤਿਆ, ਮਾ ਮੂਰਖ, ਪਰਲੇ ਦਰਜੇ ਦੇ ਮੂਰਖ, ਵੱਡੇ ਮੂਰਖ। ਕਹਿੰਦੇ ਮੂਰਖ ਮਨੁੱਖ ਇਸ ਸਚਾਈ ਤੋਂ ਦੂਰ ਹੈ, ਉਹਦਾ ਸੰਸਾਰ ਨਾਲ ਇੰਨਾ ਗੂੜਾ ਸੰਬੰਧ ਬਣਿਆ ਹੋਇਆ, ਉਹ ਮੌਤ ਸ਼ਬਦ ਸੁਣਨਾ ਹੀ ਨਹੀਂ ਚਾਹੁੰਦਾ। ਉਹ ਨਹੀਂ ਚਾਹੁੰਦਾ ਕਿ ਮੌਤ ਦੀ ਗੱਲ ਤੁਸੀਂ ਮੇਰੇ ਕੋਲ ਕਰੋ। ਉਹ ਜੀਵਨ ਪ੍ਰਾਪਤ ਕਰਨਾ ਚਾਹੁੰਦਾ ਹੈ। ਤੇ ਇੱਥੇ ਸਤਿਗੁਰੂ ਕਿਰਪਾ ਕਰ ਰਹੇ ਨੇ, ਕਹਿੰਦੇ ਉਹ ਮਨੁੱਖ ਕੀ ਕਰਦਾ ਹੈ, ਜੀਵਨ ਲੋਰ, ਉਹ ਚਾਹੁੰਦਾ ਮੈਨੂੰ ਜ਼ਿੰਦਗੀ ਮਿਲੇ, ਜੀਵਨ ਮਿਲੇ। ਉਹ ਨਹੀਂ ਚਾਹੁੰਦਾ ਕਿ ਮੈਂ ਸੰਸਾਰ ਤੋਂ ਜਾਵਾਂ। ਸੰਸਾਰ ਦੇ ਨਾਲ ਇੰਨੀ ਜ਼ਿਆਦਾ ਪਕੜ ਬਣੀ ਹੋਈ ਹੈ। ਇੱਥੇ ਐਲਾਨ ਕਰ ਦਿਓ ਕਿ ਫਲਾਣੇ ਥਾਂ ਇੱਕ ਨਵਾਂ ਹਕੀਮ ਆਇਆ, ਡਾਕਟਰ ਆਇਆ, ਉਹ ਦਵਾਈ ਦਿੰਦਾ ਹੈ, ਇਹੋ ਜੀ ਦਵਾਈ ਦਿੰਦਾ 5-7 ਸਾਲ 10 ਸਾਲ ਬੰਦੇ ਦੀ ਉਮਰ ਵੱਧ ਜਾਂਦੀ ਹੈ। ਤੇ ਵੇਖੋ ਲੋਕ ਭੱਜੇ ਜਾਣਗੇ। ਸਵੇਰੇ ਜਾ ਕੇ ਲਾਈਨ ਬਣਾ ਕੇ ਖੜੇ ਹੋ ਜਾਣਗੇ ਵੀ ਪਹਿਲਾਂ ਦਵਾਈ ਸਾਨੂੰ ਦੇ ਦਿਓ, ਸਾਡੀ ਉਮਰ ਜਿਹੜੀ ਵੱਧ ਜਾਏ 5-10 ਸਾਲ ਹੋਰ। ਤੋ ਸਾਰੇ ਲੋਕਾਂ ਦੀ ਕੋਸ਼ਿਸ਼ ਇਹ ਹੋਈ ਹੈ ਕਿ ਕੋਈ ਇਹੋ ਜਿਹਾ ਯਤਨ ਕਰੀਏ ਮੌਤ ਜਿਹੜੀ ਹੈ ਸਾਡੇ ਕੋਲ ਨਾ ਆਵੇ। ਤੇ ਬਾਣੀ ਨੇ ਆਖਿਆ, ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਬਿਖਮ ਥਾਨ ਬਸੰਤ ਉੱਚਾ ਨਾ ਸਿਮਰਨ ਮਰਨ ਕਦਾਂਚਾ ਹੋਵੰਤ ਆ ਗਿਆ ਭਗਵਾਨ ਪੁਰਖਾ ਨਾਨਕ ਕੀਟੀ ਸਾਸ ਕਰਖ ਤੇ। ਕਹਿੰਦੇ ਬਹੁਤ ਬਲ ਵਾਲਾ ਵੱਡਾ ਬੰਦਾ, ਧਨੀ ਬੰਦਾ,
ਕਹਿੰਦੇ ਬੜੇ ਯਤਨ ਕਰ ਸਕਦਾ ਹੈ ਮੌਤ ਤੋਂ ਬਚਣ ਦੇ, ਪਰ ਜੇ ਉਹਦਾ ਹੁਕਮ ਆ ਗਿਆ ਨਾ ਤਾਂ ਇੱਕ ਕੀੜੀ ਵੀ ਤੇਰੇ ਪ੍ਰਾਣ ਖਿੱਚ ਲਏਗੀ, ਇੱਕ ਕੀੜੀ ਲੜਨ ਨਾਲ ਵੀ ਤੇਰੀ ਮੌਤ ਹੋ ਜਾਏਗੀ। ਹੋਵੰਤ ਆ ਗਿਆ ਭਗਵਾਨ ਪੁਰਖਾ, ਜਦੋਂ ਉਹਦਾ ਹੁਕਮ ਆ ਗਿਆ, ਕੀਟੀ ਸਾਸ ਕਰਖ ਤੇ ਇੱਕ ਕੀੜੀ ਲੜ ਕੇ ਵੀ ਤੂੰ ਮਰ ਜਾਏਗਾ। ਤੇ ਜੇ ਉਹਦੀ ਰਹਿਮਤ ਹੋਈ ਤੈਨੂੰ ਜੀਵਨ ਮਿਲਿਆ, ਫਿਰ ਭਾਵੇਂ ਸੱਪ ਲੜ ਜਾਏ ਤਾਂ ਵੀ ਨਹੀਂ ਤੂੰ ਮਰਦਾ। ਕਈ ਵਾਰ ਤੁਸੀਂ ਵੇਖਿਆ ਹੋਵੇਗਾ ਬੰਦਾ ਥੋੜਾ ਜਿਹਾ ਠੇਡਾ ਲੱਗੇ ਡਿੱਗ ਪੈਂਦਾ, ਮੌਤ ਹੋ ਜਾਂਦੀ ਹੈ, ਕਿਉਂਕਿ ਸਮਾਂ ਪੂਰਾ ਹੋ ਚੁੱਕਾ ਸੀ, ਇੱਕ ਬਿਧ ਬਣ ਗਈ ਉਹ। ਤੇ ਕਈ ਵੇਰਾਂ ਕਈ ਮੰਜ਼ਲਾਂ ਤੋਂ ਉੱਪਰੋਂ ਲੋਕੀ ਡਿੱਗ ਪੈਂਦੇ ਨੇ, ਵਾਲ ਹੀ ਨਹੀਂ ਵਿੰਗਾ ਹੁੰਦਾ, ਸਹੀ ਸਲਾਮਤ ਚੰਗੇ ਭਲੇ ਕਈ ਸਾਲ ਬਤੀਤ ਹੋ ਜਾਂਦੇ ਨੇ, ਕਿਉਂਕਿ ਸਮਾਂ ਸੀ, ਸਵਾਸ ਸੀ। ਇਸੇ ਪ੍ਰਕਾਰ ਡਾਕਟਰ ਜਿਹੜੇ ਨੇ, ਵੈਦ ਜਿਹੜੇ, ਹਕੀਮ ਜਿਹੜੇ ਨੇ, ਉਹ ਵੀ ਕਈ ਵਾਰ ਦਾਅਵਾ ਕਰ ਦਿੰਦੇ ਵੀ ਜੇ ਸਾਡੇ ਕੋਲ ਤੁਸੀਂ ਮਰੀਜ਼ ਲੈ ਆਓ ਅਸੀਂ ਬੰਦੇ ਨੂੰ ਮਰਨ ਨਹੀਂ ਦਿਆਂਗੇ। ਪਰ ਸਾਧ ਸੰਗਤ ਜਿਹੜਾ ਸਮਾਂ ਮਿਲਿਆ, ਜਿੰਨੇ ਸਵਾਸ ਮਿਲੇ ਨੇ, ਹਜੂਰ ਕਹਿੰਦੇ ਨੇ ਨਾ ਵੱਢਣ ਘਟਨ ਤਿਲ ਸਾਰ, ਕਹਿੰਦੇ ਤਿਲ ਮਾਤਰ ਵੀ ਅਸੀਂ ਵਧਾ ਨਹੀਂ ਸਕਦੇ, ਘਟਾ ਨਹੀਂ ਸਕਦੇ। ਹਾਂ, ਜੇ ਪਰਮੇਸ਼ਰ ਨੇ ਕਿਰਪਾ ਕੀਤੀ, ਸਮਾਂ ਸਵਾਸ ਹਨ, ਤੇ ਫਿਰ ਸਾਰੀਆਂ ਦਵਾਈਆਂ ਕੰਮ ਆ ਜਾਂਦੀਆਂ ਨੇ, ਇਲਾਜ ਹੋ ਜਾਂਦੇ ਨੇ, ਡਾਕਟਰ ਵੀ ਆਪਣਾ ਨਾਮ ਬਣਾ ਲੈਂਦੇ ਨੇ। ਤੇ ਜੇ ਸਮਾਂ ਸਵਾਸ ਪਰਮੇਸ਼ਰ ਵੱਲੋਂ ਮਿਲੇ ਹੋਏ ਸਮਾਪਤ ਹੋ ਜਾਣ, ਤੇ ਜਿੱਡਾ ਮਰਜ਼ੀ ਵੱਡਾ ਡਾਕਟਰ ਹੋਵੇ, ਜਿੰਨੀਆਂ ਮਰਜ਼ੀ ਮਹਿੰਗੀਆਂ ਦਵਾਈਆਂ ਹੋਣ, ਕੁਛ ਵੀ ਫਾਇਦਾ ਨਹੀਂ ਹੁੰਦਾ। ਤੇ ਬਾਬਾ ਕਬੀਰ ਸਾਹਿਬ ਨੇ ਇਸੇ ਕਰਕੇ ਆਖਿਆ ਸੀ, ਕਬੀਰ ਬੈਦ ਕਹੈ ਹਾਂ ਹੀ ਭਲਾ, दारू मेरे वस ए तो बस्त गोपाल की जब भावे ले खस। कहते ते परमेश्वर दी दात है जिहड़ी जिंदगी असीं मान रहे हैं, भोग रहे हैं, वो चाहे जदों मर्जी सदा भेजदा है, क्योंकि उन्हें आप संसार ते सानू भेजिया है, आप ते सदा भी आप भेजदा। घर घर एहो पहुंचा सदड़े नित पवन, रोज सदे पैंदे जीवां नूं, ते जिहनूं सदा आ जांदा है वो दुनिया तो कूच कर जांदा है, चलिया जांदा है। इत्थे महाराज कहंदे ने, कहंदे ओ मूर्ख लोग जिहड़े ने संसार दे नाल इन्ना ज़्यादा जुड़े हुए ने, पदार्थां दे मोह विच फसे हुए ने, भरम विच फसे हुए ने, ਉਹ ਮੌਤ ਤੋਂ ਬੜਾ ਘਬਰਾਉਂਦੇ ਨੇ। ਤੇ ਕਹਿੰਦੇ ਸਾਡੀ ਜ਼ਿੰਦਗੀ ਹੋਰ ਲੰਮੀ ਹੋ ਜਾਏ। ਪਰ ਭਗਤਾਂ ਨੇ ਇਸ ਮਨੁੱਖਾ ਜ਼ਿੰਦਗੀ ਵਿੱਚ ਰਹਿੰਦਿਆਂ ਬੜੇ ਮਾਣ ਨਾਲ ਆਖਿਆ ਕਿ ਅਕਾਲ ਪੁਰਖ ਨੇ ਰਹਿਮਤ ਕਰਕੇ ਸਾਨੂੰ ਇਸ ਸੰਸਾਰ ਤੇ ਭੇਜਿਆ ਏ, ਬੜੀ ਖੁਸ਼ੀ ਹੈ ਸੰਸਾਰ ਤੇ ਆਏ ਆ। ਤੇ ਅਸੀਂ ਉਹ ਵੇਲੇ ਦੀ ਉਡੀਕ ਵਿੱਚ ਵੀ ਹਾਂ, ਜਦੋਂ ਸਾਨੂੰ ਸੱਦਾ ਆਏਗਾ ਤੇ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ। ਉਹਨੇ ਆਖਿਆ ਸਾਨੂੰ ਚਿੰਤਾ ਨਹੀਂ। ਲੋਕ ਚਿੰਤਾ ਕਰੀ ਜਾਂਦੇ ਨੇ, ਪਰ ਭਗਤਾਂ ਨੇ ਆਖਿਆ ਕੋਈ ਚਿੰਤਾ ਨਹੀਂ। ਸਮੇਂ ਦੇ ਵੱਡੇ ਵੱਡੇ ਬਾਦਸ਼ਾਹਾਂ ਨੇ ਭਗਤਾਂ ਨੂੰ ਫੜ ਵੀ ਲਿਆ, ਕੈਦ ਕਰ ਲਿਆ, ਮਾਰਨ ਦੀਆਂ ਧਮਕੀਆਂ ਦੇਣ ਲੱਗੇ, ਮਾਰ ਦਿਆਂਗੇ। ਉਹ ਕਹਿੰਦੇ ਮਾਰਨ ਵਾਲਾ ਕੰਮ ਤੁਹਾਡੇ ਹੱਥ ਵਿੱਚ ਨਹੀਂ। ਤੁਸੀਂ ਕੌਣ ਹੁੰਦੇ ਹੋ ਕਿਸੇ ਨੂੰ ਬਚਾਉਣ ਵਾਲੇ ਜਾਂ ਮਾਰਨ ਵਾਲੇ? ਐਵੇਂ ਡਰਾਵੇ ਦੇਣੇ ਬੰਦ ਕਰ ਦਿਓ। ਜੰਮਣ ਮਰਨ ਅਕਾਲ ਪੁਰਖ ਦੇ ਹੱਥ ਵਿੱਚ ਹੈ। ਇਸ ਕਰਕੇ ਤੁਸੀਂ ਮਾਰਨ ਦੀਆਂ ਕੋਸ਼ਿਸ਼ਾਂ ਕਰ ਸਕਦੇ ਹੋ, ਮਾਰ ਨਹੀਂ ਸਕਦੇ। ਕੋਸ਼ਿਸ਼ਾਂ ਬੜੀਆਂ ਕੀਤੀਆਂ ਉਹਨਾਂ ਨੇ, ਹਾਥੀ ਥੱਲੇ ਸੁੱਟ ਕੇ ਭਗਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਭਗਤ ਕਬੀਰ ਸਾਹਿਬ, ਭਗਤ ਨਾਮਦੇਵ ਜੀ ਕਿਤੇ ਉਹਨਾਂ ਨੂੰ ਪਾਣੀ ਵਿੱਚ ਡੋਬ ਕੇ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਕਾਮਯਾਬ ਨਹੀਂ ਹੋ ਸਕੇ। ਭਗਤਾਂ ਨੇ ਇੱਕ ਅਕਾਲ ਪੁਰਖ ਤੇ ਇੰਨਾ ਭਰੋਸਾ ਰੱਖਿਆ, ਕਹਿੰਦੇ ਜਨਮ ਮਰਨ ਉਹਦੇ ਹੱਥ ਵਿੱਚ ਹੈ। ਇਸ ਕਰਕੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਕਹਿੰਦੇ ਅਸੀਂ ਤੇ ਮੌਤ ਵਿੱਚੋਂ ਵੀ ਆਨੰਦ ਪ੍ਰਾਪਤ ਕਰਾਂਗੇ।
ਮੂਰਖ ਲੋਕ ਮੌਤ ਤੋਂ ਘਬਰਾਉਂਦੇ ਨੇ, ਜ਼ਿੰਦਗੀ ਚਾਹੁੰਦੇ ਨੇ। ਸਤਿਗੁਰੂ ਕਹਿੰਦੇ ਅਸਲ ਵਿੱਚ ਉਹਨਾਂ ਦਾ ਸੰਸਾਰ ਦੇ ਨਾਲ ਇੰਨਾ ਮੋਹ ਪੈ ਗਿਆ, ਸੰਸਾਰ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ। ਪਰ ਸੱਚਾਈ ਤਾਂ ਇਹ ਹੈ ਕਿ ਸੰਸਾਰ ਨੂੰ ਛੱਡ ਕੇ ਇੱਕ ਦਿਨ ਜਾਣਾ ਹੀ ਪੈਣਾ ਹੈ। ਪੌੜੀ ਗੰਗਾ ਰਸੈ ਕਾਲ ਤੇ ਜੋ ਸਾਕਤ ਪ੍ਰਭ ਕੀਨ। ਕਹਿੰਦੇ ਪਰਮੇਸ਼ਰ ਦੇ ਪੈਦਾ ਕੀਤੇ ਜੀਵ ਤੇ ਉਹਨਾਂ ਜੀਵਾਂ ਦੇ ਵਿੱਚ ਜਿਹੜੇ ਸਾਕਤ ਬੰਦੇ ਨੇ, ਸਾਕਤ ਦਾ ਭਾਵ ਸ਼ਕਤੀ ਦਾ ਪੁਜਾਰੀ, ਪਰਮੇਸ਼ਰ ਨੂੰ ਜਿਹੜਾ ਵਿਸਾਰ ਚੁੱਕਾ ਹੈ, ਜਿਹਨੂੰ ਰੱਬ ਚੇਤੇ ਨਹੀਂ। ਕਹਿੰਦੇ ਅਸਲ ਵਿੱਚ ਮੌਤ ਜਿਹੜੀ ਹੈ, ਕਾਲ ਜਿਹੜਾ ਹੈ, ਉਹਨਾਂ ਨੂੰ ਗ੍ਰਸ ਲੈਂਦਾ, ਖਾ ਲੈਂਦਾ ਹੈ, ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਨਹੀਂ ਹੈ। ਪਰ ਜਿਹੜੇ ਰੱਬ ਦੇ ਪਿਆਰੇ ਗੁਰਮੁਖ ਨੇ, ਉਹ ਜਨਮ ਮਰਨ ਤੋਂ ਉੱਪਰ ਹੋ ਜਾਂਦੇ ਨੇ, ਸੰਸਾਰ ਤੋਂ ਜਾਂਦੇ ਨੇ। ਪਰ ਉਹਨਾਂ ਦੀ ਮੌਤ ਜਿਹੜੀ ਹੈ, ਮੌਤ ਵੀ ਇੱਕ ਜ਼ਿੰਦਗੀ ਬਣ ਜਾਂਦੀ ਹੈ। ਉਹਨਾਂ ਦੀ ਮੌਤ ਵੀ ਇੱਕ ਪ੍ਰੇਰਨਾ ਦਾ ਸਰੋਤ ਬਣਦੀ ਹੈ। ਉਹਨਾਂ ਦਾ ਅੰਤ ਸਮਾਂ ਜਿਹੜਾ ਹੈ, ਉਹਨੂੰ ਵੇਖ ਕੇ ਲੋਕਾਂ ਦੇ ਮਨ ਦੇ ਅੰਦਰ ਮੌਤ ਦਾ ਡਰ ਜਿਹੜਾ ਹੈ ਦੂਰ ਹੋ ਜਾਂਦਾ ਹੈ। ਜਿਸ ਤਰ੍ਹਾਂ ਪੁਰਾਤਨ ਸਿੰਘਾਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਇਸੇ ਦਿੱਲੀ ਦੀ ਧਰਤੀ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ, ਉਸ ਪਹਿਲਾਂ 700 ਦੇ ਕਰੀਬ ਜਿਹੜੇ ਸਿੰਘ ਸ਼ਹੀਦ ਕੀਤੇ ਗਏ। ਕਿਤੇ ਉਹਨਾਂ ਦੀ ਗਾਥਾ ਪੜ੍ਹ ਕੇ ਵੇਖਿਓ, ਆਪ ਮੂਹਰੇ ਆਉਂਦੇ ਸਨ, ਇੱਕ ਦੂਜੇ ਤੋਂ ਮੂਹਰੇ ਹੋ ਕੇ ਆਪ ਆ ਕੇ ਕਹਿੰਦੇ ਅਸੀਂ ਸ਼ਹੀਦ ਹੋਣਾ ਹੈ। ਉਹਨਾਂ ਸ਼ਹੀਦਾਂ ਦੇ ਅੰਦਰ ਇੱਕ ਚੜ੍ਹਦੀ ਵਰੇਸ ਵਾਲਾ ਨੌਜਵਾਨ ਜਿਹਦਾ ਨਵਾਂ ਹੀ ਵਿਆਹ ਹੋਇਆ ਸੀ, ਉਹਦੀ ਮਾਂ ਆ ਗਈ ਫਰਖਸੀਅਰ ਬਾਦਸ਼ਾਹ ਦੇ ਕੋਲ, ਤਰਲਾ ਲੈ ਕੇ ਕਹਿੰਦੀ ਮੇਰਾ ਪੁੱਤ ਜਿਹੜਾ ਹੈ ਉਹ ਭੁਲੇਖੇ ਨਾਲ ਤੁਸੀਂ ਫੜ ਕੇ ਲੈ ਆਓ, ਸਿੱਖ ਨਹੀਂ। ਤੇ ਬਾਦਸ਼ਾਹ ਨੇ ਚਿੱਠੀ ਲਿਖ ਦਿੱਤੀ, ਆਖਿਆ ਜਾਓ ਆਪਦੇ ਪੁੱਤ ਨੂੰ ਲੈ ਜਾਓ। ਜਦੋਂ ਆਈ ਉਹ ਤੇ ਕਹਿੰਦੀ ਮੈਂ ਚਿੱਠੀ ਲੈ ਕੇ ਆਈ ਬਾਦਸ਼ਾਹ ਦੀ, ਮੇਰਾ ਪੁੱਤ ਤੁਸੀਂ ਭੁਲੇਖੇ ਨਾਲ ਫੜ ਲਿਆ, ਇਹ ਸਿੱਖ ਨਹੀਂ। ਤੇ ਜਦੋਂ ਪੁੱਤਰ ਨੇ ਇੰਨੀ ਗੱਲ ਸੁਣੀ, ਉਹ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈ, ਮੇਰੀ ਮਾਂ ਤੇ ਉਹ ਸੀ ਜਿਹਨੇ ਮੈਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗਾਥਾ ਸੁਣਾਈ, ਜਿਹਨੇ ਮੈਨੂੰ ਗੁਰੂ ਸਾਹਿਬਾਨਾਂ ਦਾ ਇਤਿਹਾਸ ਸੁਣਾਇਆ, ਜਿਹਨੂੰ ਸੁਣ ਕੇ ਮੇਰੇ ਅੰਦਰੋਂ ਮੌਤ ਦਾ ਭੈ ਮਿਟ ਗਿਆ, ਜਿਹਨੂੰ ਸੁਣ ਕੇ ਮੇਰੇ ਅੰਦਰ ਇੱਕ ਨਵਾਂ ਜੀਵਨ ਪੈਦਾ ਹੋਇਆ ਸੀ। ਪਰ ਇਹ ਜਿਹੜੀ ਮੌਤ ਤੋਂ ਘਬਰਾ ਕੇ ਸਿੱਖੀ ਤੋਂ ਮੁਨਕਰ ਹੋ ਰਹੀ ਹੈ, ਇਹ ਮੇਰੀ ਮਾਂ ਹੀ ਨਹੀਂ ਹੋ ਸਕਦੀ। ਮੇਰੀ ਵਾਰੀ ਆ ਗਈ, ਤੁਸੀਂ ਮੈਨੂੰ ਲੈ ਕੇ ਜਾਓ ਤੇ ਸ਼ਹੀਦ ਕਰ ਦਿਓ। ਐਡਾ ਜਜ਼ਬਾ ਉਹਨਾਂ ਦੇ ਅੰਦਰ ਸੀ। ਪਰ ਜਿਹੜੇ ਪਰਮੇਸ਼ਰ ਦੀ ਹੋਂਦ ਤੋਂ ਮੁਨਕਰ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਕਹਿੰਦੇ ਕਾਲ ਉਹਨਾਂ ਨੂੰ ਗ੍ਰਸ ਲੈਂਦਾ, ਖਾ ਲੈਂਦਾ, ਡਰੇ ਹੋਏ ਸਹਿਮੇ ਹੋਏ ਰਹਿੰਦੇ ਨੇ, ਮੌਤ ਦੇ ਭੈ ਵਿੱਚ ਜਿਉਂਦੇ ਨੇ, ਜਾਂ ਇਉਂ ਕਹਿ ਲਈਏ ਜਿਉਂਦੇ ਜੀ ਹੀ ਮਰਿਆਂ ਦੇ ਸਮਾਨ ਹੋ ਜਾਂਦੇ ਨੇ। ਅਨਕ ਜੋਨ ਜਨਮੈ ਮਰੈ ਆਤਮ ਰਾਮ ਨਾ ਚੀਨ। ਕਹਿੰਦੇ ਐਸੇ ਮਨੁੱਖ ਫਿਰ ਜੂਨੀਆਂ ਵਿੱਚ ਭਟਕਦੇ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਖਸਮ ਚੇਤੇ ਨਹੀਂ, ਜਿਹਦੇ ਹੁਕਮ ਨਾਲ ਸੰਸਾਰ ਤੇ ਆਏ ਹਾਂ, ਜਿਹਦੇ ਹੁਕਮ ਦੇ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਾਂ, ਜਿਹਦੇ ਹੁਕਮ ਦੇ ਨਾਲ ਸੰਸਾਰ ਤੋਂ ਜਾਣਾ ਹੈ, ਉਹਨਾਂ ਨੂੰ ਚੇਤੇ ਨਹੀਂ। ਇਸ ਕਰਕੇ ਉਹ ਭਟਕਦੇ ਹੀ ਰਹਿੰਦੇ ਹਨ। ਗਿਆਨ ਧਿਆਨ ਤਾਹੂ ਕਵਾਏ, ਕਰ ਕਿਰਪਾ ਜਿਹ ਆਪ ਦਿਵਾਏ। ਕਹਿੰਦੇ ਮੌਤ ਦੇ ਭੈ ਤੋਂ ਉਹ ਮਨੁੱਖ ਮੁਕਤ ਹੋ ਜਾਂਦੇ ਨੇ, ਉਹ ਮਨੁੱਖ ਬੜੇ ਗਿਆਨੀ ਤੇ ਧਿਆਨੀ ਬਣ ਜਾਂਦੇ ਨੇ। ਉਹ ਮਨੁੱਖਾਂ ਨੂੰ ਸਮਝ ਪੈ ਜਾਂਦੀ ਹੈ
ਕਿ ਅਕਾਲ ਪੁਰਖ ਨੇ ਜਿੰਨੇ ਸਵਾਸ ਜਿੰਨਾ ਸਮਾਂ ਦਿੱਤਾ ਏ ਉਹ ਭੋਗ ਕੇ ਹਰ ਹੀਲੇ ਸੰਸਾਰ ਤੋਂ ਜਾਣਾ ਹੀ ਹੈ। ਇਸ ਕਰਕੇ ਮੌਤ ਦਾ ਭੈ ਮਨ ਵਿੱਚੋਂ ਕੱਢ ਦਈਏ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਇਹ ਅਵਸਥਾ ਨੂੰ ਉਹ ਪ੍ਰਾਪਤ ਕਰਦੇ ਨੇ ਮਨੁੱਖ ਜਿਨ੍ਹਾਂ ਤੇ ਆਪ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ। ਗਣਤੀ ਗਣੀ ਨਹੀਂ ਕੋ ਛੂਟੈ। ਗਣਤੀ ਗਣੀ ਕਹਿੰਦੇ ਮਨੁੱਖ ਜਿੰਨੀਆਂ ਮਰਜ਼ੀ ਗਿਣਤੀਆਂ ਮਿਣਤੀਆਂ ਵਿੱਚ ਪੈ ਜਾਏ, ਜੋ ਮਰਜ਼ੀ ਹਿਸਾਬ ਕਿਤਾਬ ਲਾਈ ਜਾਏ, ਜਿੰਨੇ ਮਰਜ਼ੀ ਯਤਨ ਕਰੀ ਜਾਏ, ਕਹਿੰਦੇ ਮੌਤ ਦੇ ਚੁੰਗਲ ਤੋਂ ਕੋਈ ਬਚ ਨਹੀਂ ਸਕਦਾ। ਕੋਈ ਵੀ ਬੰਦਾ ਜਿੰਨੀ ਮਰਜ਼ੀ ਉਹ ਪਹੁੰਚ ਵਾਲਾ ਹੋਵੇ। ਕਾਚੀ ਗਾਗਰ ਸਰ ਪਰ ਫੂਟੈ। ਕਹਿੰਦੇ ਮਨੁੱਖ ਦਾ ਸਰੀਰ ਜਿਹੜਾ ਇੱਕ ਮਿੱਟੀ ਦੇ ਭਾਂਡੇ ਦੀ ਨਿਆਈ ਹੈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ। ਕਹਿੰਦੇ ਕੱਚੀ ਗਾਗਰ ਨੂੰ ਜਿੰਨਾ ਮਰਜੀ ਬੋਚ ਬੋਚ ਕੇ ਰੱਖੀਏ, ਸਾਂਭ ਕੇ ਰੱਖੀਏ, ਇੱਕ ਦਿਨ ਟੋਟੀ ਜਾਣੀ ਹੈ। ਇਹ ਸਰੀਰ ਦਾ ਵੀ ਇਹੋ ਹੀ ਹਿਸਾਬ ਕਿਤਾਬ ਹੈ। ਜਿੰਨਾ ਮਰਜੀ ਇਹਨੂੰ ਸਵਾਰ ਲਈਏ, ਜਿੰਨਾ ਮਰਜੀ ਇਹਨੂੰ ਧਿਆਨ ਦੇ ਨਾਲ ਰੱਖੀਏ, ਜਿੰਨਾ ਮਰਜੀ ਇਲਾਜ ਤੇ ਪਰਹੇਜ਼ ਕਰਦੇ ਰਹੀਏ, ਪਰ ਜਦੋਂ ਸਾਧ ਸੰਗਤ ਸਮਾਂ ਆਇਆ ਨਾ, ਉਦੋਂ ਉਹ ਕੱਚੀ ਗਾਗਰ ਦੀ ਤਰ੍ਹਾਂ ਇਹਨੇ ਟੁੱਟ ਜਾਣਾ ਹੈ। ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹ ਛਪਿਆ। ਕਹਿੰਦੇ ਅਸਲ ਵਿੱਚ ਬਹੁਤੇ ਮਨੁੱਖ ਜਿਉਂਦੇ ਹੋਏ ਵੀ ਮ੍ਰਿਤਕ ਦੇ ਸਮਾਨ ਹੀ ਹਨ। ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਅਤ ਸੁੰਦਰ ਕੁਲੀਨ ਚਤਰ ਗਿਆਨੀ ਮੁਖ ਤਨਵੰਤ ਮ੍ਰਿਤਕ ਕਹੀਏ ਨਾਨਕ ਜੇ ਪ੍ਰੀਤ ਨਹੀਂ ਭਗਵੰਤ। ਪਰਮੇਸ਼ਰ ਨੂੰ ਵਿਸਾਰ ਕੇ ਜਿਉਂਦੇ ਜੀ ਮਨੁੱਖ ਮਰਿਆ ਹੋਇਆ ਹੈ। ਅਸਲ ਵਿੱਚ ਜਿਉਂਦੇ ਉਹੀ ਨੇ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਰਹਿੰਦੇ, ਯਾਦ ਵਿੱਚ ਰੱਖਦੇ ਨੇ, ਚੇਤੇ ਵਿੱਚ ਰੱਖਦੇ ਨੇ। ਸੋ ਜੀਵਤ ਜਿਹ ਜੀਵਤ ਜਪਿਆ। ਉਹੀ ਮਨੁੱਖ ਜਿਉਂਦੇ ਜਿਹੜੇ ਜਿਉਂਦੇ ਜਿਉਂਦੇ ਪਰਮੇਸ਼ਰ ਨੂੰ ਸਿਮਰਦੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਈ। ਕਹਿੰਦੇ ਹੋਰ ਕੋਈ ਜਿਉਂਦਾ ਨਹੀਂ। ਤੇ ਕਈ ਵੇਰਾਂ ਕੀ ਹੁੰਦਾ, ਜਿਉਂਦੇ ਜੀ ਕਦੇ ਕਿਸੇ ਨੂੰ ਰੱਬ ਚੇਤੇ ਨਹੀਂ ਆਇਆ ਤੇ ਮਰਨ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਵੀ ਉਹਦੇ ਨਾਂ ਤੇ ਅਸੀਂ ਕੋਈ ਪਾਠ ਪੂਜਾ ਕਰਵਾਈਏ, ਕੋਈ ਹੋਰ ਯਤਨ ਕਰੀਏ, ਸ਼ਾਇਦ ਉਹਨੂੰ ਕੋਈ ਲਾਭ ਮਿਲੇ। ਸਤਿਗੁਰੂ ਕਹਿੰਦੇ ਇਹ ਜੋ ਵੀ ਯਤਨ ਅਸੀਂ ਕਰ ਰਹੇ ਹਾਂ ਇਹ ਸਾਡੇ ਨਿਸਫਲ ਹਨ। ਪਾਠ ਅਸੀਂ ਕਰਵਾ ਰਹੇ ਹਾਂ ਪਰਿਵਾਰ ਦੇ ਵਾਸਤੇ ਕਿ ਜਿਹੜਾ ਪਰਿਵਾਰ ਪਿੱਛੇ ਉਹਨੂੰ ਹੌਸਲਾ ਮਿਲ ਸਕੇ ਬਾਣੀ ਦੇ ਰਾਹੀਂ, ਉਹ ਇਸ ਅਟਲ ਸੱਚਾਈ ਨੂੰ ਜਾਣ ਸਕਣ ਵੀ ਵਾਰੀ ਆਪੋ ਆਪਣੀ, ਸਾਰਿਆਂ ਨੇ ਚਲੇ ਜਾਣਾ ਹੈ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ। ਇਹ ਸ਼ਬਦ ਤਾਂ ਪੜ੍ਹੇ ਜਾਂਦੇ ਨੇ ਕਿ ਪਰਿਵਾਰ ਨੂੰ ਹੌਸਲਾ ਮਿਲ ਸਕੇ, ਬਲ ਮਿਲ ਸਕੇ, ਤਾਕਤ ਮਿਲ ਸਕੇ। ਤੇ ਸਤਿਗੁਰੂ ਕਹਿੰਦੇ ਜਿਹੜੇ ਜਿਉਂਦੇ ਜੀ ਵਾਹਿਗੁਰੂ ਨੂੰ ਸਿਮਰਦੇ ਯਾਦ ਕਰਦੇ ਅਸਲ ਵਿੱਚ ਉਹੀ ਜੀਵਤ ਹਨ, ਉਹੀ ਜਿਉਂਦੇ ਨੇ। ਪ੍ਰਗਟ ਭਏ ਨਾਨਕ ਨਹ ਛਪਿਆ। ਉਹ ਸੰਸਾਰ ਵਿੱਚ ਵੀ ਤੇ ਨਿਰੰਕਾਰ ਦੇ ਘਰ ਵੀ ਉਹਨਾਂ ਨੂੰ ਮਾਣ ਮਿਲਦਾ ਹੈ। ਸੰਸਾਰ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਹੁੰਦੀ, ਪ੍ਰਗਟ ਹੋ ਜਾਂਦੇ, ਪ੍ਰਸਿੱਧ ਹੋ ਜਾਂਦੇ ਨੇ। ਸੰਸਾਰ ਦੇ ਅੰਦਰ ਛਿਪੇ ਨਹੀਂ ਰਹਿੰਦੇ। ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਗੰਗੇ ਅੱਖਰ ਦੁਆਰਾ ਜੋ ਸਤਿਗੁਰੂ ਨੇ ਅਟਲ ਸਚਾਈ ਸਾਡੇ ਸਾਹਮਣੇ ਬਿਆਨ ਕੀਤੀ ਹੈ ਕਿ ਜਿੰਨੇ ਸਾਹ ਜਿੰਨਾ ਸਮਾਂ ਪਰਮੇਸ਼ਰ ਨੇ ਦੇ ਕੇ ਭੇਜਿਆ ਉਹਨੂੰ ਅਸੀਂ ਪੂਰਾ ਕਰਕੇ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ। ਪਰ ਸਾਧ ਸੰਗਤ
ਸੰਸਾਰ ਤੇ ਆਏ ਹਾਂ, ਇਹੋ ਜਿਹੇ ਕਰਮ ਕਮਾਈਏ ਕਿ ਸਾਨੂੰ ਸ਼ਰਮਿੰਦਗੀ ਨਾ ਮਹਿਸੂਸ ਹੋਵੇ। ਜਾਣ ਲੱਗਿਆ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਸਥੀਵੀਂ ਸਾਈਂ ਦੇ ਦਰਬਾਰ। ਸਾਡੇ ਕੀਤੇ ਜਾ ਰਹੇ ਇੱਕ ਇੱਕ ਕਰਮ ਦਾ ਹਿਸਾਬ ਜ਼ਰੂਰ ਹੋਏਗਾ। ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਚੰਗਿਆਈਆਂ ਬੁਰਾਈਆਂ ਇਹਨਾਂ ਚੀਜ਼ਾਂ ਦੀ ਵਿਚਾਰ ਹੋਣੀ ਹੈ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਭਨਾਂ ਦਾ ਧੰਨਵਾਦ, ਭੁੱਲਾਂ ਨਾ ਚਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। BR ਰਿਕਾਰਡਸ ਦਾ ਧਾਰਮਿਕ ਉਪਰਾਲਾ। ਖਾਲਸਾ